हाँ जी, स्वागत है जी ਤੁਹਾਡਾ ਸਾਰਿਆਂ ਦਾ ਸਾਡੇ YouTube ਚੈਨਲ ਐਗਜ਼ਾਮ ਸਟੱਡੀ ਵਿਦ ਜੋਬ ਅਲਰਟ ਤੇ। ਸੋ ਕੰਪਲੀਟ ਜੀਕੇ ਭਾਗ 2 ਲੈ ਕੇ ਆਏ ਹਾਂ ਪੰਜਾਬ ਦੇ ਅਪਕਮਿੰਗ ਐਗਜ਼ਾਮਸ ਲਈ। ਸੋ ਕੌਣ ਇਹਨਾਂ ਨੂੰ ਰੀਡ ਕਰ ਸਕਦਾ ਹੈ? ਪੰਜਾਬ ਦੇ ਵਿੱਚ ਜਿੰਨੇ ਵੀ ਐਗਜ਼ਾਮ ਹੋਣ ਵਾਲੇ ਹੈ ਤੇ ਜਿਨ੍ਹਾਂ ਨੇ ਵੀ ਅਪਲਾਈ ਕੀਤਾ ਹੈ ਜਾਂ ਅੱਗੇ ਆਉਣ ਵਾਲੀਆਂ ਪੋਸਟਾਂ ਨਾਲ ਸੰਬੰਧਿਤ ਐਗਜ਼ਾਮ ਹੋਣੇ ਆ ਤਾਂ ਉਹ ਸਾਰੇ ਉਮੀਦਵਾਰ ਇਸ ਵੀਡੀਓ ਨੂੰ ਰੀਡ ਕਰ ਸਕਦੇ ਹੈ। PSPCL, ਪੰਜਾਬ ਪੁਲਿਸ, PSSB, ਮਾਸਟਰ ਕੇਡਰ ਤਾਂ ਇਹਦੇ ਵਿੱਚ ਸਾਰੇ ਕੁਐਸਚਨ ਜਿਹੜੇ ਕਵਰ ਕੀਤੇ ਗਏ ਨੇ। ਮੋਸਟ ਇੰਪੋਰਟੈਂਟ ਕੁਐਸਚਨ ਨੇ, ਪੁਰਾਣੇ ਪੇਪਰਾਂ ਦੇ ਵਿੱਚ ਪੁੱਛੇ ਗਏ ਇਹ ਕੁਐਸਚਨ ਨੇ। ਹਰ ਵਾਰ ਐਗਜ਼ਾਮ ਦੇ ਵਿੱਚ ਇਹਨਾਂ ਦੇ ਵਿੱਚੋਂ ਬਹੁਤ ਸਾਰੇ ਪ੍ਰਸ਼ਨ ਹੈ ਜਿਹੜੇ ਪੁੱਛੇ ਜਾਂਦੇ ਨੇ। ਸੋ ਪਹਿਲੀ ਵਾਰ ਜੋ ਚੈਨਲ 'ਤੇ ਵਿਜ਼ਿਟ ਕਰ ਰਹੇ ਨੇ, ਚੈਨਲ ਨੂੰ ਸਬਸਕ੍ਰਾਈਬ ਅਤੇ ਬੈਲ ਆਈਕਨ ਨਾਲ 'ਤੇ ਪ੍ਰੈਸ ਜ਼ਰੂਰ ਕਰ ਲਿਓ। ਬਾਕੀ ਜਿਨ੍ਹਾਂ ਨੇ ਹਾਲੇ ਤੱਕ ਕੱਲ੍ਹ ਵਾਲੀ ਕਲਾਸ ਰੀਡ ਨਹੀਂ ਕੀਤੀ ਤਾਂ ਚੈਨਲ ਦੀ ਪਲੇਲਿਸਟ ਵਿੱਚ ਜਾ ਕੇ ਰੀਡ ਕਰ ਸਕਦੇ ਹੋ। ਤਾਂ ਸਟਾਰਟ ਕਰਦੇ ਹਾਂ ਜੀ ਅਗਲੇ MCQ ਪ੍ਰਸ਼ਨ ਉੱਤਰ। ਤਾਂ ਪ੍ਰਸ਼ਨ ਨੰਬਰ 16 ਤੋਂ ਸਟਾਰਟ ਕਰਾਂਗੇ। 15 ਤੱਕ ਆਪਾਂ ਗੱਲ ਕੀਤੀ ਸੀਗੇ। ਤਾਂ ਪੰਜਾਬ ਦੇ ਵਿੱਚ ਭੂਚਾਲ ਖੇਤਰ ਕਿੱਥੇ ਪੈਂਦਾ ਹੈ ਪੰਜਾਬ ਦਾ, ਤਾਂ ਇਹ ਦੱਸਣਾ ਗਾ। ਪੰਜਾਬ ਜੀਕੇ ਦਾ ਪ੍ਰਸ਼ਨ ਹੈ। ਤਾਂ ਨੀਚੇ 4 ਆਪਸ਼ਨਾਂ ਨੇ ਜਿਹੜੀਆਂ ਉਹ ਦਿੱਤੀਆਂ ਗਈਆਂ ਨੇ। ਆਪਸ਼ਨ ਊੜਾ ਜ਼ੋਨ 2 ਅਤੇ 3 ਦੇ ਵਿੱਚ, ਜ਼ੋਨ 4 ਵਿੱਚ, ਉਪਰੋਕਤ ਦੋਨੋਂ ਜਾਂ ਇਹਨਾਂ ਦੇ ਵਿੱਚੋਂ ਕੋਈ ਨਹੀਂ। ਤਾਂ ਪੰਜਾਬ ਦੇ ਵਿੱਚ ਭੂਚਾਲ ਖੇਤਰ ਹੈ ਜਿਹੜਾ ਉਹ ਉਪਰੋਕਤ ਦੋਨਾਂ ਆਪਸ਼ਨਾਂ ਦੇ ਵਿੱਚ ਪੈਂਦਾ ਹੈ। ਆਪਸ਼ਨ ਈ ਡੀ ਰਾਈਟ ਆਨਸਰ ਆਏਗਾ। ਊੜਾ ਤੇ ਜਾਨੀ ਆੜਾ, ਜ਼ੋਨ 2, ਜ਼ੋਨ 3 ਅਤੇ ਜ਼ੋਨ 4। ਤਾਂ ਆਪਸ਼ਨਾਂ ਚੇਂਜ ਹੋ ਸਕਦੀਆਂ ਨੇ ਐਗਜ਼ਾਮ ਦੇ ਵਿੱਚ, ਇਕੱਠਿਆ ਵੀ ਪਾਇਆ ਜਾ ਸਕਦਾ ਜਾਂ ਇਸੇ ਤਰ੍ਹਾਂ ਬਣਿਆ ਪ੍ਰਸ਼ਨ ਹੈ ਤੁਹਾਨੂੰ ਆ ਸਕਦਾ। ਅਗਲਾ ਪ੍ਰਸ਼ਨ ਹੈ ਅਸ਼ੋਕ ਦੂਜਾ ਕਿਸ ਨੂੰ ਕਿਹਾ ਜਾਂਦਾ ਸੀ? ਕਿਹੜੇ ਰਾਜੇ ਨੂੰ ਅਸ਼ੋਕ ਦੂਜੇ ਦਾ ਨਾਮ ਜਿਹੜਾ ਦਿੱਤਾ ਗਿਆ ਸੀ? ਸਮੁੰਦਰ ਗੁਪਤ, ਚੰਦਰਗੁਪਤ, ਹਰਸ਼ਵਰਧਨ ਜਾਂ ਫਿਰ ਕਨਿਸ਼ਕ ਨੂੰ? ਤਾਂ ਅਸ਼ੋਕ ਦੂਜਾ ਸੀ ਜਿਹੜਾ ਉਹ ਰਾਜੇ ਕਨਿਸ਼ਕ ਨੂੰ ਕਿਹਾ ਜਾਂਦਾ ਸੀਗਾ। ਆਪਸ਼ਨ ਸਾ ਰਾਈਟ ਆਨਸਰ ਆਏਗਾ। ਸੋ ਕੁਸ਼ਾਣ ਵੰਸ਼ ਦਾ ਸਭ ਤੋਂ ਸ਼ਕਤੀਸ਼ਾਲੀ ਜਿਹੜਾ ਰਾਜਾ ਹੋਇਆ ਉਹ ਕਨਿਸ਼ਕ ਹੋਇਆ। ਇਸ ਤੋਂ ਇਲਾਵਾ ਇਸਨੇ 78 ਈਸਵੀ ਦੇ ਵਿੱਚ ਸ਼ਕ ਸੰਮਤ ਦੀ ਸ਼ੁਰੂਆਤ ਜਿਹੜੀ ਉਹ ਕਨਿਸ਼ਕ ਨੇ ਕੀਤੀ ਸੀ। ਇਸ ਤੋਂ ਇਲਾਵਾ ਕਨਿਸ਼ਕ ਦੇ ਰਾਜ ਵਿੱਚ ਰਾਜਧਾਨੀਆਂ ਨਾਲ ਸੰਬੰਧਿਤ ਪ੍ਰਸ਼ਨ ਪੁੱਛਿਆ ਜਾਂਦਾ ਹੈ ਕਿ ਕਿੰਨੀਆਂ ਰਾਜਧਾਨੀਆਂ ਸੀ? ਤਾਂ 2 ਰਾਜਧਾਨੀਆਂ ਸੀ। ਕਿਹੜੀਆਂ ਸੀ? ਪੇਸ਼ਾਵਰ ਅਤੇ ਮਥੁਰਾ। ਇਸ ਤੋਂ ਇਲਾਵਾ ਇਹਦੇ ਦਰਬਾਰ ਦੇ ਵਿੱਚ ਸੀ ਜਿਹੜੇ ਚਰਕ, ਅਸ਼ਵਘੋਸ਼ ਅਤੇ ਨਾਗਾਰਜੁਨ ਆਦਿ ਪ੍ਰਮੁੱਖ ਇਹ ਵਿਦਵਾਨ ਸੀਗੇ। ਸੋ ਇਹ ਵੀ ਪੁੱਛ ਲਿਆ ਜਾਂਦਾ ਕਿ ਚਰਕ, ਅਸ਼ਵਘੋਸ਼ ਅਤੇ ਨਾਗਾਰਜੁਨ ਸੋ ਇਹ ਜਿਹੜੇ ਵਿਦਵਾਨ ਸੀ ਕਿਹੜੇ ਰਾਜੇ ਦੇ ਦਰਬਾਰ ਵਿੱਚ ਸੀਗੇ? ਤਾਂ ਕਨਿਸ਼ਕ ਰਾਜੇ ਦੇ ਦਰਬਾਰ ਵਿੱਚ ਸੀ ਅਸ਼ੋਕ ਦੂਜਾ ਜਿਸ ਨੂੰ ਕਿਹਾ ਜਾਂਦਾ ਸੀ। ਇਸ ਤੋਂ ਇਲਾਵਾ ਇੱਕ ਸ਼ੈਲੀ ਸੀ ਜਿਹਦਾ ਵਿਕਾਸ ਸੀਗਾ ਕਨਿਸ਼ਕ ਦੇ ਰਾਜਕਾਲ ਵਿੱਚ ਹੋਇਆ ਸੀਗਾ, ਗੰਧਾਰ ਅਤੇ ਮਥੁਰਾ ਸ਼ੈਲੀ। ਇਸ ਤੋਂ ਇਲਾਵਾ ਮੋਸਟ ਇੰਪੋਰਟੈਂਟ ਹੈ ਚੌਥੀ ਬੌਧ ਸੰਮਤੀ ਸੀ ਜਿਹੜੀ ਉਹ ਰਾਜੇ ਕਨਿਸ਼ਕ ਦੇ ਸਮੇਂ ਹੋਈ ਸੀ। ਸੋ ਇਹ ਸਾਰਿਆਂ ਦੇ ਵਿੱਚ ਕੁਐਸਚਨ ਹੈ ਜਿਹੜੇ ਪੁੱਛੇ ਜਾਂਦੇ ਆ। ਇਹ ਸਾਰੀ ਜਾਣਕਾਰੀ ਬਹੁਤ ਜ਼ਰੂਰੀ ਹੈ ਯਾਦ ਕਰਨੀ। ਸੋ ਇੱਕ ਕੁਐਸਚਨ ਵਿੱਚੋਂ ਕਾਫੀ ਸਾਰੇ ਕੁਐਸਚਨ ਹੈ ਜਿਹੜੇ ਉਹ ਬਣਦੇ ਆ। ਸੋ ਇਹ ਜ਼ਰੂਰ ਯਾਦ ਰੱਖ ਲਿਓ। ਦੂਜਾ ਅਸ਼ੋਕ ਜਾਂ ਅਸ਼ੋਕ ਦੂਜਾ ਰਾਜੇ ਕਨਿਸ਼ਕ ਨੂੰ ਕਿਹਾ ਜਾਂਦਾ ਹੈ। ਬੌਧ ਸੰਮਤੀ ਰਾਜੇ ਕਨਿਸ਼ਕ ਦੇ ਸਮੇਂ ਹੋਈ ਸੀ। 2 ਰਾਜਧਾਨੀਆਂ ਸੀ ਕਨਿਸ਼ਕ ਰਾਜ ਦੀਆਂ, ਪੇਸ਼ਾਵਰ ਅਤੇ ਮਥੁਰਾ। ਚਰਕ, ਅਸ਼ਵਘੋਸ਼ ਅਤੇ ਨਾਗਾਰਜੁਨ ਇਹ ਵਿਦਵਾਨ ਸੀ ਇਹਦੇ ਦਰਬਾਰ ਦੇ ਵਿੱਚ। ਗੰਧਾਰ ਅਤੇ ਮਥੁਰਾ ਸ਼ੈਲੀ ਦਾ ਵਿਕਾਸ ਵੀ ਰਾਜੇ ਕਨਿਸ਼ਕ ਦੇ ਰਾਜਕਾਲ ਦੇ ਵਿੱਚ ਹੋਇਆ। ਸ਼ਕ ਸੰਮਤ ਦੀ ਸ਼ੁਰੂਆਤ ਵੀ ਰਾਜੇ ਕਨਿਸ਼ਕ ਨੇ ਕੀਤੀ ਸੀ। ਅਤੇ ਕੁਸ਼ਾਣ ਵੰਸ਼ ਦਾ ਸਭ ਤੋਂ ਸ਼ਕਤੀਸ਼ਾਲੀ ਸ਼ਾਸਕ ਹੈ ਜਿਹੜਾ ਉਹ ਵੀ ਕਨਿਸ਼ਕ ਹੋਇਆ। ਸੋ ਇਹਨਾਂ ਵਿੱਚੋਂ ਕੋਈ ਵੀ ਕੁਐਸਚਨ ਤੁਹਾਨੂੰ ਪੁੱਟ ਕੀਤਾ ਜਾ ਸਕਦਾ ਹੈ। ਅਗਲਾ ਪ੍ਰਸ਼ਨ ਹੈ ਭਾਰਤ ਦਾ ਜੋ ਰਾਸ਼ਟਰੀ ਝੰਡਾ ਹੈ ਤਾਂ ਇਸ ਦਾ ਡਿਜ਼ਾਈਨ ਕਿਸ ਨੇ ਤਿਆਰ ਕੀਤਾ ਸੀ? ਕਾਫੀ ਵਾਰ ਇਹ ਐਗਜ਼ਾਮ ਦੇ ਵਿੱਚ ਕੁਐਸਚਨ ਪੁੱਛਿਆ ਜਾ ਚੁੱਕਿਆ। ਐਨੀ ਬੇਸੈਂਟ, ਸਰੋਜਨੀ ਨਾਇਡੂ, ਬੰਗਾਲੀ ਵੈਂਕਈਆ 1916 ਜਾਂ ਵਿਜੇ ਲਕਸ਼ਮੀ ਪੰਡਤ। ਤਾਂ ਭਾਰਤੀ ਰਾਸ਼ਟਰੀ ਝੰਡੇ ਅਜੋਕਾ ਦਾ ਡਿਜ਼ਾਈਨ ਜਿਹੜਾ ਤਿਆਰ ਕੀਤਾ ਸੀ ਉਹ ਬੰਗਾਲੀ ਵੈਂਕਈਆ ਨੇ ਕੀਤਾ ਸੀਗਾ 1916। ਆਪਸ਼ਨ ਈ ਡੀ ਰਾਈਟ ਆਨਸਰ ਬਣੇਗਾ। ਸੋ 1931 ਦੇ ਵਿੱਚ ਜੋ ਤਿਰੰਗੇ ਦੇ ਵਿੱਚ ਚੱਕਰ ਹੈ ਇਸ ਨੂੰ ਕਾਂਗਰਸ ਕਮੇਟੀ ਦੇ ਦੁਆਰਾ ਅਪਣਾਇਆ ਗਿਆ ਸੀਗਾ ਕਰਾਚੀ ਦੇ ਵਿੱਚ। ਇਸ ਤੋਂ ਬਾਅਦ 22 ਜੁਲਾਈ 1947 ਨੂੰ ਅਸ਼ੋਕ ਚੱਕਰ ਅਤੇ ਰਾਸ਼ਟਰੀ ਚੱਕਰ ਨੂੰ ਅਪਣਾਇਆ ਗਿਆ ਸੀ। ਸੋ ਅਪਣਾਉਣ ਨੂੰ ਲੈ ਕੇ ਵੀ ਕੁਐਸਚਨ ਐਗਜ਼ਾਮ ਦੇ ਵਿੱਚ ਪੁੱਛੇ ਜਾਂਦੇ ਨੇ। 26 ਜਨਵਰੀ ਨੂੰ ਰਾਜਪਥ 'ਤੇ ਦੇਸ਼ ਦਾ ਰਾਸ਼ਟਰੀ ਤਿਰੰਗਾ ਜਿਹੜਾ ਉਹ ਲਹਿਰਾਇਆ ਜਾਂਦਾ ਹੈ।
ਅਤੇ 15 ਅਗਸਤ ਨੂੰ ਪ੍ਰਧਾਨ ਮੰਤਰੀ ਲਾਲ ਕਿਲੇ ਦੇ ਲਾਹੌਰੀ ਜੋ ਗੇਟ ਹੈ ਤਾਂ ਇਸ 'ਤੇ ਲਹਿਰਾਇਆ ਜਾਂਦਾ ਹੈ। ਅਗਰ ਇਹ ਪੁੱਛ ਲੈਂਦਾ ਸਭ ਤੋਂ ਵੱਧ ਕਿਸ ਨੇ ਜਿਹੜਾ ਰਾਸ਼ਟਰੀ ਝੰਡਾ ਜਿਹੜਾ ਲਹਿਰਾਇਆ, ਉਹ ਸੀਗੇ ਪੰਡਿਤ ਜਵਾਹਰ ਲਾਲ ਨਹਿਰੂ। ਗਿਣਤੀ ਦੇ ਵਿੱਚ ਪੁੱਛ ਲਿਆ ਜਾਵੇ ਕਿੰਨੇ ਵਾਰ, ਤਾਂ 17 ਵਾਰ। ਫਿਰ ਇਸ ਤੋਂ ਬਾਅਦ ਦੂਸਰੇ ਨੰਬਰ 'ਤੇ ਆਉਂਦੇ ਨੇ ਇੰਦਰਾ ਗਾਂਧੀ, ਉਹਨਾਂ ਨੇ 16 ਵਾਰ। ਫਿਰ ਸਰਦਾਰ ਮਨਮੋਹਨ ਸਿੰਘ ਆਉਂਦੇ ਨੇ, ਇਹਨਾਂ ਨੇ 14 ਵਾਰ। ਅਤੇ ਇਸ ਤੋਂ ਬਾਅਦ 14ਵੇਂ ਪ੍ਰਧਾਨ ਮੰਤਰੀ ਨੇ ਸਰਦਾਰ ਮਨਮੋਹਨ ਸਿੰਘ, ਇਹਨਾਂ ਨੇ 10 ਵਾਰ। ਅਟਲ ਬਿਹਾਰੀ ਵਾਜਪਾਈ ਨੇ 6 ਵਾਰ ਲਾਲ ਕਿਲੇ 'ਤੇ ਤਿਰੰਗਾ ਜਿਹੜਾ ਉਹ ਲਹਿਰਾਇਆ। ਸੋ ਇਹ ਬਹੁਤ ਹੀ ਡੀਪਲੀ ਜਾਣਕਾਰੀ ਹੈ, ਸੌਖੀ ਵੀ, ਇਹਦਾ ਕੁਐਸਚਨ ਵੀ ਬਣਾਇਆ ਜਾ ਸਕਦਾ ਹੈ। ਸੋ ਇੱਕ ਕੁਐਸਚਨ ਨਾਲ ਕਈ ਕੁਐਸਚਨ ਹੈ ਜਿਹੜੇ ਉਹ ਬਣਦੇ ਨੇ। ਸੋ ਜਲਦੀ ਵੀਡੀਓ ਅੱਗੇ ਜ਼ਰੂਰ ਸ਼ੇਅਰ ਕਰ ਦਿਆ ਕਰੋ ਤਾਂ ਜੋ ਜ਼ਿਆਦਾ ਤੋਂ ਜ਼ਿਆਦਾ ਆਡੀਅנס ਆਪਣੇ ਨਾਲ ਜੁੜ ਸਕੇ। ਤਾਂ ਅਗਲਾ ਪ੍ਰਸ਼ਨ ਹੈ, ਭਾਰਤ ਦੀ ਸੰਵਿਧਾਨ ਸਭਾ ਦਾ ਗਠਨ ਦਾ ਆਧਾਰ ਕੀ ਸੀ? ਜੋ ਭਾਰਤ ਦੀ ਸੰਵਿਧਾਨ ਸਭਾ ਬਣਾਈ ਗਈ ਸੀ, ਦਾ ਗਠਨ ਕੀਤਾ ਗਿਆ ਸੀ, ਇਹਦਾ ਆਧਾਰ ਕੀ ਸੀਗਾ? ਕੈਬਨਿਟ ਮਿਸ਼ਨ ਪਲਾਨ, ਭਾਰਤੀ ਸੁਤੰਤਰਤਾ ਅਧਿਨਿਯਮ, ਜਾਂ ਰਾਜ ਵਿਧਾਨ ਮੰਡਲ ਦਾ ਪ੍ਰਸਤਾਵ, ਜਾਂ ਉਪਰੋਕਤ ਸਾਰੇ। ਤਾਂ ਭਾਰਤ ਦੀ ਸੰਵਿਧਾਨ ਸਭਾ ਦਾ ਗਠਨ ਦਾ ਜਿਹੜਾ ਆਧਾਰ ਸੀ ਉਹ ਕੈਬਨਿਟ ਮਿਸ਼ਨ ਪਲਾਨ ਸੀ। ਆਪਸ਼ਨ ਊੜਾ ਸਾਡਾ ਰਾਈਟ ਆਨਸਰ ਬਣੇਗਾ। ਇਸ ਤੋਂ ਇਲਾਵਾ 1942 ਦੇ ਵਿੱਚ ਕ੍ਰਿਪਸ ਮਿਸ਼ਨ ਲਾਰਲਿਨ ਲਿਥਗੋ ਦੇ ਸਮੇਂ ਭਾਰਤ ਆਇਆ ਸੀ। ਕ੍ਰਿਪਸ ਮਿਸ਼ਨ ਦੇ ਕੁਐਸਚਨ ਪੁੱਛਿਆ ਜਾਂਦਾ ਹੈ, ਕਦੋਂ ਭਾਰਤ ਆਇਆ ਸੀਗਾ? 1942 ਦੇ ਵਿੱਚ। ਅਤੇ ਇਹਦਾ ਉਦੇਸ਼ ਕੀ ਸੀਗਾ? ਸੰਵਿਧਾਨ ਸਭਾ ਦੀ ਯੋਜਨਾ ਤਿਆਰ ਕਰਨਾ। ਕ੍ਰਿਪਸ ਮਿਸ਼ਨ 1942 ਦਾ ਉਦੇਸ਼ ਸੀਗਾ ਦੇਸ਼ ਦੇ ਸੰਵਿਧਾਨ ਦਾ ਸਿਧਾਂਤ ਨਿਰਧਾਰਤ ਕਰਨ ਲਈ ਬੰਬਈ ਦੇ ਵਿੱਚ ਮੋਤੀ ਲਾਲ ਨਹਿਰੂ ਦੀ ਪ੍ਰਧਾਨਗੀ ਹੇਠ ਹੈ ਜਿਹੜਾ ਇੱਕ ਸੰਮੇਲਨ ਹੋਇਆ ਸੀ 1928 ਦੇ ਵਿੱਚ। ਫਿਰ 10 ਅਗਸਤ 1928 ਨੂੰ ਮੋਤੀ ਲਾਲ ਨਹਿਰੂ ਨੇ ਇੱਕ ਰਿਪੋਰਟ ਪੇਸ਼ ਕੀਤੀ ਸੀ ਜਿਹਨੂੰ ਨਹਿਰੂ ਰਿਪੋਰਟ ਕਿਹਾ ਜਾਂਦਾ ਹੈ। ਸੋ ਭਾਰਤ ਦੀ ਸੰਵਿਧਾਨ ਸਭਾ ਦਾ ਉਲੇਖ ਸੀ ਜਿਹੜਾ ਪਹਿਲੀ ਵਾਰ 1922 ਈਸਵੀ ਦੇ ਵਿੱਚ ਮਹਾਤਮਾ ਗਾਂਧੀ ਨੇ ਕੀਤਾ ਸੀ। ਸੋ ਇਹ ਵੀ ਪੁੱਛ ਜਾਂਦਾ ਕਿ ਸਭ ਤੋਂ ਪਹਿਲਾਂ ਸੰਵਿਧਾਨ ਸਭਾ ਦਾ ਉਲੇਖ ਕਦੋਂ ਅਤੇ ਕਿਸ ਨੇ ਕੀਤਾ ਸੀਗਾ? ਤਾਂ 1922 ਦੇ ਵਿੱਚ ਮਹਾਤਮਾ ਗਾਂਧੀ ਨੇ ਭਾਰਤੀ ਸੰਵਿਧਾਨ ਦਾ ਉਲੇਖ ਸੀ ਜਿਹੜਾ ਪਹਿਲੀ ਵਾਰ ਕੀਤਾ ਸੀਗਾ। ਤਾਂ ਅਗਲਾ ਪ੍ਰਸ਼ਨ ਹੈ, ਭਾਰਤੀ ਰੇਲਵੇ ਨੂੰ ਕਿੰਨੇ ਜ਼ੋਨ 'ਚ ਜਿਹੜਾ ਵੰਡਿਆ ਗਿਆ? 16, 17, 8 ਜਾਂ ਫਿਰ 12 ਜ਼ੋਨ ਦੇ ਵਿੱਚ। ਤਾਂ ਭਾਰਤੀ ਰੇਲਵੇ ਜ਼ੋਨ ਹੈ ਜਿਹੜਾ ਉਸ ਨੂੰ 17 ਜ਼ੋਨ ਦੇ ਵਿੱਚ ਵੰਡਿਆ ਗਿਆ। ਸਭ ਤੋਂ ਵੱਡਾ ਜ਼ੋਨ ਨਾਰਥਰਨ ਰੇਲਵੇ ਹੈ। ਸਭ ਤੋਂ ਛੋਟਾ ਅਤੇ ਸਭ ਤੋਂ ਨਵਾਂ 2013 ਦੇ ਵਿੱਚ ਜੋ ਬਣਿਆ ਸੀ ਮੈਟਰੋ ਰੇਲ ਕੋਲਕਾਤਾ ਹੈ। ਸੋ ਵੱਡਾ ਵੀ ਪੁੱਛਿਆ ਜਾ ਸਕਦਾ ਹੈ, ਛੋਟਾ ਵੀ ਪੁੱਛਿਆ ਜਾ ਸਕਦਾ ਹੈ। ਸੋ ਇਸ ਦੇ ਰਾਸ਼ਟਰੀਕਰਨ 'ਤੇ ਵੀ ਕੁਐਸਚਨ ਪੁੱਛਿਆ ਜਾਂਦਾ ਹੈ, ਭਾਰਤੀ ਰੇਲਵੇ ਦਾ ਰਾਸ਼ਟਰੀਕਰਨ ਕਦੋਂ ਕੀਤਾ ਗਿਆ ਸੀ? ਤਾਂ 1950 ਦੇ ਵਿੱਚ। ਅਤੇ ਇਸ ਦਾ ਜਿਹੜਾ ਮੁੱਖ ਦਫ਼ਤਰ ਹੈ ਉਹ ਦਿੱਲੀ ਵਿੱਚ ਹੈ। ਅਤੇ ਭਾਰਤ ਦਾ ਸਭ ਤੋਂ ਵੱਡਾ ਜਿਹੜਾ ਅਦਾਰਾ ਉਹ ਰੇਲਵੇ ਹੀ ਹੈ। ਇਹਦੇ ਵਿੱਚ ਜਿਹੜਾ ਸਭ ਤੋਂ ਵੱਧ ਕਰਮਚਾਰੀ ਯਾਨੀ ਕਿ 16 ਲੱਖ ਕਰਮਚਾਰੀ ਹੈ ਜਿਹੜੇ ਇਹਦੇ ਵਿੱਚ ਕੰਮ ਕਰਦੇ ਨੇ। ਅਤੇ 3 ਪ੍ਰਕਾਰ ਦਾ ਭਾਰਤ ਦੇ ਵਿੱਚ ਰੇਲਵੇ ਮਾਰਗ ਨੇ। ਜੋ ਪਹਿਲੇ ਵਿੱਚ ਹੈ ਉਹ ਬਿਜਲੀ ਨਾਲ ਚੱਲਣ ਵਾਲਾ ਹੈ। ਸੋ ਲੰਬਾਈ 'ਤੇ ਕੁਐਸਚਨ ਪੁੱਛਿਆ ਜਾਂਦਾ ਭਾਰਤੀ ਰੇਲ ਮਾਰਗ ਦੀ, ਤਾਂ 63,994 ਕਿਲੋਮੀਟਰ ਹੈ। ਅਤੇ ਮੋਸਟ ਇੰਪੋਰਟੈਂਟ ਹੈ ਭਾਰਤੀ ਰੇਲਵੇ ਬੋਰਡ ਦੀ ਸਥਾਪਨਾ ਤਾਂ 1905 ਦੇ ਵਿੱਚ ਕਿਹਦੇ ਸਮੇਂ ਹੋਈ ਸੀ? ਲਾਰਡ ਕਰਜ਼ਨ ਦੇ ਸਮੇਂ ਭਾਰਤੀ ਰੇਲ ਬੋਰਡ ਦੀ ਸਥਾਪਨਾ ਜਿਹੜੀ ਹੋਈ ਸੀ। ਸੋ ਇਹ ਕੁਐਸਚਨ ਕਾਫੀ ਵਾਰ ਐਗਜ਼ਾਮ ਦੇ ਵਿੱਚ ਪੁੱਛਿਆ ਗਿਆ। ਸੋ ਜਿੰਨੇ ਵੀ ਕੁਐਸਚਨ ਨੇ ਮੋਸਟ ਇੰਪੋਰਟੈਂਟ ਨੇ। ਅਗਲਾ ਪ੍ਰਸ਼ਨ ਹੈ, ਭਾਰਤ ਦੇ ਵਿੱਚ ਰਾਸ਼ਟਰੀ ਜਲ ਮਾਰਗ ਨੇ ਜਿਹੜੇ ਇਹਨਾਂ ਦੀ ਗਿਣਤੀ ਕਿੰਨੀ ਹੈ? 10, 8, 6 ਜਾਂ ਫਿਰ 4। ਤਾਂ ਭਾਰਤ ਦੇ ਵਿੱਚ ਰਾਸ਼ਟਰੀ ਜਲ ਮਾਰਗਾਂ ਦੀ ਜਿਹੜੀ ਗਿਣਤੀ ਹੈ ਉਹ 6 ਹੈ। ਅਤੇ ਕੁੱਲ ਆਵਾਜਾਈ ਮਾਰਗਾਂ ਦਾ 83% ਸੜਕਾਂ ਨੇ, 9% ਰੇਲ ਹੈ, 6% ਹਵਾਈ ਮਾਰਗ ਹੈ ਅਤੇ 2% ਜਲ ਮਾਰਗ ਹੈ। ਅਤੇ ਭਾਰਤ ਦਾ ਜਿਹੜਾ 90% ਵਪਾਰ ਹੈ ਉਹ ਸਮੁੰਦਰੀ ਮਾਰਗ ਦੇ ਦੁਆਰਾ ਹੁੰਦਾ ਹੈ। ਸੋ ਵਪਾਰ 'ਤੇ ਪੁੱਛ ਲੈਂਦਾ ਹੈ ਕਿ ਕਿੰਨੇ ਪ੍ਰਤੀਸ਼ਤ ਵਪਾਰ ਹੈ ਜਿਹੜਾ ਸਮੁੰਦਰੀ ਮਾਰਗ ਰਾਹੀਂ ਹੁੰਦਾ ਭਾਰਤ ਦਾ? ਤਾਂ 90% ਹੈ ਜਿਹੜਾ ਇਹ ਭਾਰਤ ਦਾ ਵਪਾਰ ਹੈ ਉਹ ਸਮੁੰਦਰੀ ਮਾਰਗ ਦੇ ਰਾਹੀਂ ਹੁੰਦਾ ਹੈ। ਤਾਂ ਭਾਰਤੀ ਰਾਸ਼ਟਰੀ ਜਲ ਮਾਰਗਾਂ ਦੀ ਗਿਣਤੀ ਹੈ ਜਿਹੜੀ ਉਹ 6 ਹੈ।
अगला प्रश्न है डून वैली किहड़ी फसल लई प्रसिद्ध है? चावल, कणक, पटसन ਜਾਂ ਫਿਰ कॉफ़ी ਲਈ। ਤਾਂ ਡੂਨ ਵੈਲੀ ਹੈ ਜਿਹੜੀ ਉਹ ਚਾਵਲ ਦੀ ਫਸਲ ਲਈ ਪ੍ਰਸਿੱਧ ਹੈ। ਦੂਨ ਘਾਟੀ ਸ਼ਿਵਾਲਿਕ ਪਰਬਤ ਤੇ ਹਿਮਾਲਾ ਪਰਬਤ ਦੇ ਵਿਚਕਾਰ ਫੈਲੀ ਘਾਟੀ ਹੈ ਜੋ ਹਿਮਾਲਾ ਪ੍ਰਦੇਸ਼ ਤੇ ਉੱਤਰਾਖੰਡ ਪ੍ਰਦੇਸ਼ ਦੇ ਵਿੱਚ ਪੈਂਦੀ ਹੈ। ਸੋ ਚਾਵਲ, ਡੂਨ ਵੈਲੀ ਚਾਵਲ ਨਾਲ ਸੰਬੰਧਿਤ ਫਸਲ ਹੈ, ਚਾਵਲ ਲਈ ਪ੍ਰਸਿੱਧ ਹੈ। ਅਗਲਾ ਪ੍ਰਸ਼ਨ ਹੈ ਪੰਜਾਬ ਟੈਟ ਦੇ ਵਿੱਚ ਪੁੱਛਿਆ ਗਿਆ ਸੀ, ਮੈਰੀਕਲਚਰ ਦਾ ਸੰਬੰਧ ਕਿਸ ਨਾਲ ਹੈ? ਫੁੱਲਾਂ ਦੀ ਖੇਤੀ ਨਾਲ, ਸਮੁੰਦਰੀ ਜੀਵਾਂ ਦੇ ਉਤਪਾਦਨ ਨਾਲ, ਰੇਸ਼ਮ ਦੀ ਖੇਤੀ ਨਾਲ ਜਾਂ ਫਿਰ ਫਲਾਂ ਦੀ ਖੇਤੀ ਨਾਲ। ਤਾਂ ਮੈਰੀਕਲਚਰ ਦਾ ਸੰਬੰਧ ਹੈ ਜਿਹੜਾ ਉਹ ਸਮੁੰਦਰੀ ਜੀਵਾਂ ਦਾ ਉਤਪਾਦਨ ਨਾਲ ਹੈ। ਆਪਸ਼ਨ ਆੜਾ ਰਾਈਟ ਆਨਸਰ ਆਏਗਾ। ਅਗਲਾ ਪ੍ਰਸ਼ਨ ਹੈ ਮੋਸਟ ਇੰਪੋਰਟੈਂਟ ਹੈ, ਭਾਰਤੀ ਸੜਕ ਪ੍ਰਣਾਲੀ ਦਾ ਵਿਸ਼ਵ ਦੇ ਵਿੱਚ ਕਿੰਨਵਾਂ ਸਥਾਨ ਹੈ? ਪਹਿਲਾ, ਦੂਜਾ, ਚੌਥਾ ਜਾਂ ਫਿਰ ਤੀਜਾ। ਤਾਂ ਭਾਰਤੀ ਸੜਕ ਪ੍ਰਣਾਲੀ ਦਾ ਜਿਹੜਾ ਵਿਸ਼ਵ ਦੇ ਵਿੱਚ ਉਹ ਤੀਜਾ ਸਥਾਨ ਹੈ। ਆਪਸ਼ਨ ਜਿਹੜੀ ਰਾਈਟ ਆਨਸਰ ਆਏਗਾ। ਭਾਰਤ ਦਾ ਪੁੱਛਿਆ ਗਿਆ, ਪਹਿਲੇ 'ਤੇ ਕਿਹੜਾ ਹੈ? ਅਮਰੀਕਾ, ਦੂਸਰੇ 'ਤੇ ਚੀਨ, ਤੀਸਰੇ 'ਤੇ ਆਉਂਦਾ ਭਾਰਤ, ਚੌਥੇ 'ਤੇ ਆਉਂਦਾ ਬ੍ਰਾਜ਼ੀਲ, ਪੰਜਵੇਂ 'ਤੇ ਆਉਂਦਾ ਜਾਪਾਨ। ਸੋ ਬਾਕੀ ਇਹਨਾਂ ਦੀ ਲੰਬਾਈ 'ਤੇ ਵੀ ਪ੍ਰਸ਼ਨ ਜਿਹੜਾ ਪੁੱਛਿਆ ਜਾ ਸਕਦਾ ਹੈ। ਸਭ ਤੋਂ ਲੰਬਾ ਮਾਰਗ ਵੀ ਪੁੱਛਿਆ ਜਾ ਸਕਦਾ ਕਿਹੜਾ ਹੈ? ਤਾਂ ਸਭ ਤੋਂ ਲੰਬਾ ਸੜਕ ਮਾਰਗ ਹੈ ਜਿਹੜਾ NH7 ਹੈ। ਇਹ ਵਾਰਾਣਸੀ ਤੋਂ ਕੰਨਿਆਕੁਮਾਰੀ ਤੱਕ ਹੈ ਅਤੇ ਇਹਦੀ ਲੰਬਾਈ ਪੁੱਛੀ ਜਾਵੇ ਤਾਂ 2369 ਕਿਲੋਮੀਟਰ ਹੈ। ਛੋਟਾ ਮਾਰਗ ਪੁੱਛ ਲਿਆ ਜਾਵੇ ਤਾਂ NH47 ਹੈ। ਤਾਂ ਵੱਡਾ ਸੜਕ ਮਾਰਗ ਜਿਹੜਾ NH7 ਹੈ। ਛੋਟਾ ਪੁੱਛ ਲਿਆ ਜਾਵੇ ਤਾਂ ਅੱਗੇ ਚੌਂਕਾ ਲਾ ਦਿਓ 47A। ਤਾਂ ਛੋਟਾ ਜਿਹੜਾ ਰਾਸ਼ਟਰੀ ਸੜਕ ਮਾਰਗ ਹੈ। ਵੱਧ ਸੜਕਾਂ ਪੁੱਛ ਲਈਆਂ ਜਾਣ ਕਿੱਥੇ ਨੇ, ਕਿਹੜੀ ਸਟੇਟ 'ਚ ਨੇ? ਤਾਂ ਮਹਾਰਾਸ਼ਟਰ ਦੇ ਵਿੱਚ ਸਭ ਤੋਂ ਵੱਧ ਸੜਕਾਂ ਨੇ। ਸਭ ਤੋਂ ਘੱਟ ਪੁੱਛ ਲਿਆ ਜਾਵੇ ਤਾਂ ਜੰਮੂ ਕਸ਼ਮੀਰ ਹੈ। ਅਗਰ ਸਭ ਤੋਂ ਵੱਧ ਕੱਚੀਆਂ ਸੜਕਾਂ ਪੁੱਛਣੀਆਂ ਜਾਣ ਤਾਂ ਇਹ ਰਾਜ ਜਿਹੜਾ ਉੜੀਸਾ। ਸੋ ਰੇਲ ਪ੍ਰਣਾਲੀ ਦੇ ਵਿੱਚ ਭਾਰਤ ਏਸ਼ੀਆ ਦੇ ਵਿੱਚ ਜਿਹੜਾ ਦੂਜਾ ਹੈ ਅਤੇ ਸੰਸਾਰ ਦੇ ਵਿੱਚ ਚੌਥਾ ਸਥਾਨ ਹੈ। ਸੋ ਇਹ ਸੜਕ ਪ੍ਰਣਾਲੀ ਨਾਲ ਸੰਬੰਧਿਤ ਐਗਜ਼ਾਮ ਦੇ ਵਿੱਚ ਕੁਐਸਚਨ ਵੀ ਜ਼ਰੂਰ ਜਿਹੜਾ ਪੁੱਛ ਲਿਆ ਜਾਂਦਾ ਹੈ। ਤਾਂ ਵਿਸ਼ਵ ਦੇ ਵਿੱਚ ਤੀਜਾ ਸਥਾਨ ਹੈ ਭਾਰਤੀ ਸੜਕ ਪ੍ਰਣਾਲੀ ਦਾ। ਅਗਲਾ ਪ੍ਰਸ਼ਨ ਹੈ ਗਾਂਧੀ ਸਾਗਰ, ਰਾਣਾ ਪ੍ਰਤਾਪ ਸਾਗਰ ਤੇ ਜਵਾਹਰ ਸਾਗਰ ਡੈਮ ਕਿਹੜੀ ਨਦੀ ਤੇ ਬਣੇ ਨੇ? ਨਰਮਦਾ, ਚੰਬਲ, ਤਾਪਤੀ ਜਾਂ ਫਿਰ ਕ੍ਰਿਸ਼ਨਾ ਨਦੀ ਤੇ। ਤਾਂ ਗਾਂਧੀ ਸਾਗਰ, ਰਾਣਾ ਪ੍ਰਤਾਪ ਸਾਗਰ ਤੇ ਜਵਾਹਰ ਸਾਗਰ ਡੈਮ ਨੇ ਜਿਹੜੇ ਉਹ ਚੰਬਲ ਨਦੀ ਤੇ ਬਣੇ ਨੇ ਅਤੇ ਇਸ ਨਦੀ ਦਾ ਯਾਨੀ ਕਿ ਚੰਬਲ ਨਦੀ ਦਾ ਜੋ ਮਹਾਭਾਰਤ ਮਹਾਕਾਵ ਹੈ ਉਸ ਦੇ ਵਿੱਚ ਇਹਦਾ ਜ਼ਿਕਰ ਕੀਤਾ ਗਿਆ ਹੈ। ਜਮਨਾ ਨਦੀ ਦੀ ਇਹ ਸਹਾਇਕ ਨਦੀ ਹੈ ਅਤੇ ਭਾਰਤ ਦੇ ਕੇਂਦਰ ਦੇ ਵਿੱਚ ਸਥਿਤ ਹੈ। ਸੋ ਇੱਥੇ ਇਹ ਕੁਐਸਚਨ ਵੀ ਪੁੱਛਿਆ ਜਾ ਸਕਦਾ ਹੈ ਕਿ ਉਹ ਕਿਹੜੀ ਨਦੀ ਹੈ ਜਿਹਦਾ ਜ਼ਿਕਰ ਹੈ ਜਿਹੜਾ ਮਹਾਭਾਰਤ ਦੇ ਮਹਾਕਾਵ ਵਿੱਚ ਕੀਤਾ ਗਿਆ, ਜਾਂ ਜਮਨਾ ਨਦੀ ਦੀ ਸਹਾਇਕ ਨਦੀ ਕਿਹੜੀ ਹੈ, ਜਾਂ ਉਸ ਨਦੀ ਦਾ ਨਾਮ ਦੱਸੋ ਜੋ ਭਾਰਤ ਦੇ ਕੇਂਦਰ ਦੇ ਵਿੱਚ ਸਥਿਤ ਹੈ। ਤਾਂ ਇਹ ਨਦੀ ਹੈ ਜੀ ਚੰਬਲ ਨਦੀ। ਅਗਲਾ ਪ੍ਰਸ਼ਨ ਹੈ ਭਾਰਤ ਦੀ ਪ੍ਰਸਿੱਧ ਲੈਗੂਨ ਝੀਲ ਕਿਹੜੀ ਹੈ? ਲੈਗੂਨ ਝੀਲ ਪੁੱਛਿਆ ਗਿਆ, ਕਿਹੜੀ ਝੀਲ ਹੈ ਭਾਰਤ ਦੀ ਜੋ ਪ੍ਰਸਿੱਧ ਹੈ? ਡੱਲ ਝੀਲ, ਪੁਲਕੇਟ ਝੀਲ, ਚਿਲਕਾ ਝੀਲ ਜਾਂ ਮਾਨਸਰੋਵਰ ਝੀਲ। ਤਾਂ ਭਾਰਤ ਦੀ ਪ੍ਰਸਿੱਧ ਲੈਗੂਨ ਝੀਲ ਹੈ ਜਿਹੜੀ ਉਹ ਚਿਲਕਾ ਝੀਲ ਹੈ। ਆਪਸ਼ਨ ਈਡੀ ਰਾਈਟ ਆਨਸਰ ਆਏਗਾ। ਚਿਲਕਾ ਝੀਲ ਹੈ ਜਿਹੜੀ ਉਹ ਮਹਾਨਦੀ ਤੇ ਬੰਗਾਲ ਦੀ ਖਾੜੀ ਦੇ ਕੰਢੇ 'ਤੇ ਉੜੀਸਾ ਦੇ ਵਿੱਚ ਚਿਲਕਾ ਝੀਲ ਹੈ ਜਿਹੜੀ ਸਥਿਤ ਹੈ। ਸੋ ਇਹ ਪੁੱਛ ਲੈਂਦਾ ਕਿ ਚਿਲਕਾ ਝੀਲ ਕਿੱਥੇ ਸਥਿਤ ਹੈ? ਤਾਂ ਉੜੀਸਾ ਦੇ ਵਿੱਚ। ਦੁਨੀਆ ਦੀ ਦੂਜੀ ਸਭ ਤੋਂ ਵੱਡੀ ਜਿਹੜੀ ਝੀਲ ਹੈ ਉਹ ਲੈਗੂਨ ਝੀਲ ਹੈ। ਸੋ ਵੱਡੀ ਝੀਲ ਵੀ ਪੁੱਛਿਆ ਜਾਂਦਾ ਹੈ ਅਤੇ ਲੈਗੂਨ ਝੀਲਾਂ ਦਾ ਜਿਹੜਾ ਨਿਰਮਾਣ ਹੈ ਉਹ ਸਮੁੰਦਰੀ ਤਰੰਗਾਂ ਦੇ ਦੁਆਰਾ ਹੁੰਦਾ ਹੈ। ਅਗਲਾ ਪ੍ਰਸ਼ਨ ਹੈ ਕਾਫੀ ਵਾਰ ਐਗਜ਼ਾਮ ਦੇ ਵਿੱਚ ਆ ਚੁੱਕਿਆ ਹੈ, ਅੰਬਾਂ ਦੀ ਵਾਛੜ ਕੀ ਹੁੰਦੀ ਹੈ? ਗਰਮ ਹਵਾਵਾਂ ਜੋ ਦੱਖਣ ਭਾਰਤ ਵਿੱਚ ਵਗਦੀਆਂ ਨੇ, ਕੇਰਲਾ ਤੇ ਕਰਨਾਟਕ 'ਚ ਗਰਮੀਆਂ ਦੀ ਵਰਖਾ,
ਅੰਬਾਂ ਦੀ ਖੇਤੀ ਜਾਂ ਫਿਰ ਚੱਕਰਵਾਤ। ਤਾਂ ਅੰਬਾਂ ਦੀ ਵਾਛੜ ਹੈ ਜਿਹੜੀ ਉਹ ਕੇਰਲ ਅਤੇ ਕਰਨਾਟਕ ਜੋ ਸਟੇਟਾਂ ਨੇ, ਤਾਂ ਇਹਦੇ ਵਿੱਚ ਗਰਮੀਆਂ ਦੀ ਵਰਖਾ ਹੁੰਦੀ ਹੈ, ਜਿਸ ਕਰਕੇ ਅੰਬਾਂ ਦੀ ਵਾਛੜ ਕਿਹਾ ਜਾਂਦਾ ਹੈ। ਕੇਰਲ ਅਤੇ ਦੱਖਣੀ ਕਰਨਾਟਕ ਨੇ ਜਿਹੜੇ, ਤਾਂ ਇਹਦੇ ਹਿੱਸੇ ਦੇ ਵਿੱਚ ਸਮੁੰਦਰੀ ਪੌਣਾ ਆਉਂਦੀਆਂ ਨੇ, ਜਿਸ ਕਰਕੇ ਮੋਟੀ ਮੋਟੀ ਬੂੰਦਾਂ ਵਾਲੀ ਇਹਦੇ ਵਿੱਚ ਪੂਰਬੀ ਮਾਨਸੂਨੀ ਵਰਖਾ ਹੁੰਦੀ ਹੈ, ਜੋ ਅੰਬਾਂ ਅਤੇ ਫੁੱਲਾਂ ਦੀ ਖੇਤੀ ਲਈ ਬਹੁਤ ਲਾਭਦਾਇਕ ਹੁੰਦੀ ਹੈ। ਇਸੇ ਕਰਕੇ ਇਹਨੂੰ ਅੰਬਾਂ ਦੀ ਵਾਛੜ ਜਾਂ ਫੁੱਲਾਂ ਦੀ ਵਾਛੜ। ਸੋ ਅੰਬਾਂ ਦੀ ਵਾਛੜ ਦੇ ਨਾਮ ਨਾਲ ਬਹੁਤ ਵਾਰੀ ਐਗਜ਼ਾਮ ਦੇ ਵਿੱਚ ਕੁਐਸਚਨ ਆ ਚੁੱਕੇ ਆ। ਹੋ ਸਕਦਾ ਇਸ ਵਾਰ ਫੁੱਲਾਂ ਦੀ ਵਾਛੜ ਕਹਿ ਕੇ ਤੁਹਾਡੇ ਟਾਈਪ ਕਰਕੇ ਐਗਜ਼ਾਮ ਦੇ ਵਿੱਚ ਪ੍ਰਸ਼ਨ ਇਹ ਪਾ ਦਿੱਤਾ ਜਾਵੇ। ਤਾਂ ਅੰਬਾਂ ਦੀ ਜਾਂ ਫੁੱਲਾਂ ਦੀ ਵਾਛੜ ਇੱਕੋ ਹੀ ਗੱਲ ਹੈ। ਤਾਂ ਕਰਨਾਟਕ ਅਤੇ ਕੇਰਲ ਇਹਨਾਂ ਸਟੇਟਾਂ ਵਿੱਚ ਗਰਮੀਆਂ 'ਚ ਜੋ ਵਰਖਾ ਹੁੰਦੀ ਹੈ, ਸੋ ਮੋਟੀ ਬੂੰਦ ਦੀ ਇਹ ਵਰਖਾ ਹੁੰਦੀ ਹੈ, ਜਿਹੜੀ ਅੰਬਾਂ ਅਤੇ ਫੁੱਲਾਂ ਦੀ ਖੇਤੀ ਲਈ ਬਹੁਤ ਲਾਭਦਾਇਕ ਹੁੰਦੀ ਹੈ। ਇਸੇ ਕਰਕੇ ਇਹਨੂੰ ਅੰਬਾਂ ਜਾਂ ਫੁੱਲਾਂ ਦੀ ਵਾਛੜ ਹੈ ਜਿਹੜਾ ਉਹ ਕਿਹਾ ਜਾਂਦਾ ਹੈ। ਅਗਲਾ ਪ੍ਰਸ਼ਨ ਹੈ, ਭਾਰਤ ਦੇ ਵਿੱਚ ਸਾਲਾਨਾ ਵਰਖਾ ਦੀ ਔਸਤ ਕਿੰਨੀ ਹੈ? 95 ਸੈਂਟੀਮੀਟਰ, 118 ਸੈਂਟੀਮੀਟਰ, 150 ਸੈਂਟੀਮੀਟਰ ਜਾਂ ਫਿਰ 135 ਸੈਂਟੀਮੀਟਰ। ਤਾਂ ਭਾਰਤ ਦੇ ਵਿੱਚ ਸਾਲਾਨਾ ਵਰਖਾ ਦੀ ਔਸਤ ਹੈ ਜਿਹੜੀ 118 ਸੈਂਟੀਮੀਟਰ ਹੈ। ਆਪਸ਼ਨ ਆੜਾ ਜਿਹੜਾ ਸਾਡਾ ਰਾਈਟ ਆਨਸਰ ਬਣੇਗਾ। ਇਸ ਤੋਂ ਇਲਾਵਾ ਪੰਜਾਬ ਦੇ ਵਿੱਚ ਜੋ ਪਹਾੜੀ ਖੇਤਰ ਨੇ, ਇਹਦੇ ਵਿੱਚ ਸਾਲਾਨਾ ਵਰਖਾ ਦੀ ਔਸਤ ਪੁੱਛ ਲਿਆ ਜਾਂਦਾ ਹੈ, ਤਾਂ ਉਹ ਆਏਗੀ 960 mm। ਅਤੇ ਮੈਦਾਨੀ ਖੇਤਰਾਂ ਵਿੱਚ ਪੁੱਛਿਆ ਜਾਵੇ ਤਾਂ ਉਹ ਆਏਗੀ 460 mm। ਅਤੇ ਪੰਜਾਬ ਦੇ ਵਿੱਚ ਸਾਲਾਨਾ ਵਰਖਾ ਦੀ ਜਿਹੜੀ ਔਸਤ ਹੈ ਉਹ 72 ਸੈਂਟੀਮੀਟਰ ਹੈ। ਇਸ ਤੋਂ ਇਲਾਵਾ ਚਿਰਾਪੂੰਜੀ ਦੇ ਵਿੱਚ ਹੈ ਜਿਹੜੀ 11872 mm, ਜੋ ਸੈਂਟੀਮੀਟਰਾਂ ਦੇ ਵਿੱਚ 1141 ਸੈਂਟੀਮੀਟਰ ਹੈ ਜਿਹੜੀ ਉਹ ਬਣਦੀ ਹੈ। ਸੋ ਪੰਜਾਬ ਦਾ ਐਗਜ਼ਾਮ ਆਪਣੇ ਵਿੱਚ ਪੰਜਾਬ ਦੇ ਵਿੱਚ ਪੁੱਛਿਆ ਜਾ ਸਕਦਾ ਹੈ ਕਿ ਪੰਜਾਬ ਦੇ ਵਿੱਚ ਸਾਲਾਨਾ ਵਰਖਾ ਦੀ ਔਸਤ ਕਿੰਨੀ ਹੈ, ਤਾਂ ਉਹ ਹੈ 72 ਸੈਂਟੀਮੀਟਰ। ਅਗਰ ਪੰਜਾਬ ਦੇ ਪਹਾੜੀ ਖੇਤਰਾਂ ਬਾਰੇ ਪੁੱਛਿਆ ਜਾਂਦਾ ਹੈ, ਜੋ ਪੰਜਾਬ ਦੇ ਪਹਾੜੀ ਖੇਤਰ ਨੇ, ਤਾਂ ਇਹਦੇ ਵਿੱਚ ਸਾਲਾਨਾ ਵਰਖਾ ਦੀ ਔਸਤ ਕਿੰਨੀ ਹੈ? 960 mm। ਜੇ ਮੈਦਾਨੀ ਖੇਤਰ ਪੁੱਛਿਆ ਜਾਂਦਾ ਪੰਜਾਬ ਦੇ ਤਾਂ 460। ਸੋ ਇਹਨਾਂ ਤਿੰਨਾਂ ਦੇ ਵਿੱਚੋਂ ਹੀ ਕੋਈ ਕੁਐਸਚਨ ਹੈ ਜਿਹੜਾ ਤੁਹਾਨੂੰ ਐਗਜ਼ਾਮ ਦੇ ਵਿੱਚ ਪੁੱਛਿਆ ਜਾ ਸਕਦਾ ਹੈ। ਸੋ ਭਾਰਤ ਦੇ ਵਿੱਚ ਪੁੱਛ ਲਿਆ ਜਾਵੇ, ਪੂਰੇ ਭਾਰਤ ਦੇ ਵਿੱਚ, ਤਾਂ 118 ਸੈਂਟੀਮੀਟਰ ਆ ਜਾਏਗੀ। ਅਗਲਾ ਪ੍ਰਸ਼ਨ ਹੈ, ਭਾਰਤ ਦੇ ਵਿੱਚ ਸਿੰਚਾਈ ਦਾ ਪ੍ਰਮੁੱਖ ਸਾਧਨ ਕਿਹੜਾ ਹੈ? ਨਹਿਰਾਂ, ਖੂਹ ਅਤੇ ਨਲਕੂਪ, ਵਰਖਾ ਜਾਂ ਫਿਰ ਤਲਾਬ। ਤਾਂ ਭਾਰਤ ਦੇ ਵਿੱਚ ਸਿੰਚਾਈ ਦਾ ਪ੍ਰਮੁੱਖ ਜਿਹੜਾ ਸਾਧਨ ਹੈ ਉਹ ਖੂਹ ਅਤੇ ਨਲਕੂਪ ਹੈ। ਬਨਾਵਟੀ ਸਾਧਨਾਂ ਰਾਹੀਂ ਖੇਤਾਂ ਨੂੰ ਜਿਹੜਾ ਪਾਣੀ ਦੇਣ ਦੀ ਪ੍ਰਕਿਰਿਆ, ਤਾਂ ਇਹਨੂੰ ਸਿੰਚਾਈ ਕਹਿੰਦੇ ਨੇ। ਸੋ ਨਹਿਰਾਂ ਦੌਰਾਨ 29%, ਖੂਹ ਅਤੇ ਨਲਕੂਪ ਦੇ ਨਾਲ 60% ਸਿੰਚਾਈ ਹੁੰਦੀ ਹੈ। ਬਾਕੀ ਜੋ ਤਲਾਬ ਨੇ ਤਾਂ ਇਹਨਾਂ ਨਾਲ 4.6%, ਅਤੇ ਇਸ ਤੋਂ ਇਲਾਵਾ ਜੋ ਬਾਕੀ ਸਾਧਨ ਰਹੇ ਨੇ ਉਹਦੇ ਨਾਲ 5.29%। ਸੋ ਇੱਥੇ ਪ੍ਰਤੀਸ਼ਤ ਦੇ ਤੌਰ 'ਤੇ ਵੀ ਕੁਐਸਚਨ ਪੁੱਛਿਆ ਜਾਂਦਾ ਹੈ। ਸੋ ਇੱਕ ਤਾਂ ਕੁਐਸਚਨ ਤੁਹਾਡੇ ਸਾਹਮਣੇ ਪਿਆ, ਭਾਰਤ ਵਿੱਚ ਸਿੰਚਾਈ ਦਾ ਪ੍ਰਮੁੱਖ ਸਾਧਨ ਕੀ ਹੈ? ਖੂਹ ਅਤੇ ਨਲਕੂਪ ਨੇ। ਅਤੇ ਪਰਸੈਂਟ ਦੇ ਵਿੱਚ ਹੀ ਪੁੱਛਿਆ ਜਾ ਸਕਦਾ ਹੈ ਕਿ ਖੂਹ ਅਤੇ ਨਲਕੂਪ ਨਾਲ ਜਾਂ ਤਲਾਬ ਨਾਲ ਜਾਂ ਨਹਿਰਾਂ ਨਾਲ ਜਾਂ ਬਾਕੀ ਸਾਧਨਾਂ ਨਾਲ। ਬਾਕੀ ਸਾਧਨ ਤਾਂ ਨਹੀਂ ਪੁੱਛਿਆ ਜਾਏਗਾ। ਨਹਿਰ, ਤਲਾਬ, ਖੂਹ ਅਤੇ ਨਲਕੂਪ ਵੀ ਇਹਨਾਂ ਨਾਲ ਕਿੰਨੇ ਪ੍ਰਤੀਸ਼ਤ ਹੈ ਜਿਹੜੀ ਸਿੰਚਾਈ ਕੀਤੀ ਜਾਂਦੀ ਹੈ? ਤਾਂ ਨਹਿਰਾਂ ਨਾਲ ਆ ਗਿਆ ਜੀ 29%, ਖੂਹ ਅਤੇ ਨਲਕੂਪ ਜੋ ਸਿੰਚਾਈ ਦੇ ਪ੍ਰਮੁੱਖ ਸਾਧਨ ਨੇ ਤਾਂ ਪ੍ਰਤੀਸ਼ਤ ਦੇ ਵਿੱਚ ਆ ਗਿਆ 60%। ਤਲਾਬ ਜੋ ਸੱਸਾ ਆਪਸ਼ਨ ਆਪਣੀ, ਤਲਾਬ ਨਾਲ ਆ ਗਿਆ 4.6%। ਅਤੇ ਜੋ ਬਾਕੀ ਸਾਧਨ ਨੇ ਤਾਂ ਉਹ ਆ ਗਏ 5.29%। ਸੋ ਬਾਕੀ ਇਹ ਪੁੱਛ ਲਿਆ ਜਾਂਦਾ ਕਿ ਤਲਾਬਾਂ ਰਾਹੀਂ ਸਭ ਤੋਂ ਵੱਧ ਸਿੰਚਾਈ ਕਿੱਥੇ ਹੁੰਦੀ ਹੈ? ਤਾਂ ਉਹ ਹੁੰਦੀ ਹੈ ਜੀ ਤਾਮਿਲਨਾਡੂ ਦੇ ਵਿੱਚ। ਨਹਿਰਾਂ ਰਾਹੀਂ ਪੁੱਛ ਲਿਆ ਜਾਵੇ, ਸਭ ਤੋਂ ਵੱਧ ਸਿੰਚਾਈ ਉੱਤਰ ਪ੍ਰਦੇਸ਼ ਦੇ ਵਿੱਚ ਹੁੰਦੀ ਹੈ। ਟਿਊਬਵੈੱਲ ਪੁੱਛ ਲਿਆ ਜਾਵੇ, ਜਿਹਨੂੰ ਆਪਾਂ ਮੋਟਰ ਕਹਿ ਦਿੰਦੇ ਹਾਂ, ਤਾਂ ਉਹ ਪੰਜਾਬ ਦੇ ਵਿੱਚ ਹੁੰਦੀ ਹੈ। ਅਤੇ ਨਹਿਰਾਂ ਰਾਹੀਂ ਸਿੰਚਾਈ ਦੁਨੀਆ ਦੇ ਵਿੱਚ ਪੁੱਛ ਲਿਆ ਜਾਵੇ, ਸਭ ਤੋਂ ਵੱਧ ਹੈ ਜਿਹੜੀ ਪਾਕਿਸਤਾਨ ਦੇ ਵਿੱਚ ਕੀਤੀ ਜਾਂਦੀ ਹੈ। ਸਭ ਤੋਂ ਲੰਬੀ ਨਹਿਰ ਪੁੱਛ ਲਿਆ ਜਾਵੇ ਤਾਂ ਇੰਦਰਾ ਗਾਂਧੀ ਨਹਿਰ ਹੈ, ਜੋ ਹਰੀਕੇ ਪੱਤਨ, ਫਿਰੋਜ਼ਪੁਰ, ਸਤਲੁਜ ਅਤੇ ਬਿਆਸ ਦੇ ਸੰਗਮ ਸਥਲ ਤੋਂ ਨਿਕਲਦੀ ਹੈ, ਯਾਨੀ ਕਿ ਜਿੱਥੋਂ ਸਤਲੁਜ ਅਤੇ ਬਿਆਸ ਮਿਲਦੇ ਨੇ ਤਾਂ ਉੱਥੋਂ ਨਿਕਲਦੀ ਹੈ, ਜਿਹਦੀ ਕੁੱਲ ਲੰਬਾਈ 649 ਕਿਲੋਮੀਟਰ ਹੈ। ਅਤੇ ਇਹ ਨਹਿਰ ਹੈ ਜਿਹੜੀ ਪੰਜਾਬ, ਹਰਿਆਣਾ, ਰਾਜਸਥਾਨ ਦੇ ਵਿੱਚ ਵਗਦੀ ਹੈ।
ਪੰਜਾਬ ਦੀ ਸਭ ਤੋਂ ਲੰਬੀ ਨਹਿਰ ਕਿਹੜੀ ਹੈ? ਸਰਹੰਦ ਨਹਿਰ, ਜਿਹੜੀ ਰੂਪਨਗਰ ਜ਼ਿਲ੍ਹੇ ਦੇ ਵਿੱਚ ਸਤਲੁਜ ਦਰਿਆ ਦੇ ਵਿੱਚੋਂ ਕੱਢੀ ਗਈ ਹੈ। ਸੋ ਇਸ ਨਾਲ ਸੰਬੰਧਿਤ ਨਹਿਰਾਂ, ਤਲਾਬਾਂ, ਸਿੰਚਾਈ ਦੇ ਪ੍ਰਮੁੱਖ ਸਾਧਨ, ਵੱਡੀ ਛੋਟੀ, ਸੰਗਮ ਕਿੱਥੇ ਹੁੰਦਾ ਹੈ, ਕਿੰਨੇ ਪ੍ਰਤੀਸ਼ਤ ਖੇਤੀ ਕਿਹੜੇ ਸਾਧਨ ਨਾਲ ਹੁੰਦੀ ਹੈ, ਇਹ ਕੁਐਸਚਨ ਹੈ ਜਿਹੜੇ ਇਹਦੇ ਨਾਲ ਸੰਬੰਧਿਤ ਨੇ, ਇਹ ਜਾਣਕਾਰੀ ਇਹਦੇ ਨਾਲ ਸੰਬੰਧਿਤ ਹੈ। ਇਹਦੇ ਵਿੱਚੋਂ ਇਹਨੇ ਸਾਰੇ ਕੁਐਸਚਨ ਹੈ ਜਿਹੜੇ ਬਣਦੇ ਨੇ। ਸੋ ਇਹ ਅੱਜ ਦੇ ਅਗਲੇ MCQ ਪ੍ਰਸ਼ਨ ਉੱਤਰ ਸੀ। ਵੀਡੀਓ ਚੰਗੀ ਲੱਗੇ ਲਾਈਕ, ਕਮੈਂਟ, ਅੱਗੇ ਸ਼ੇਅਰ ਜ਼ਰੂਰ ਕਰ ਦਿਆ ਕਰੋ। ਸੋ ਜੋ ਵੀ ਤੁਸੀਂ ਪੰਜਾਬ ਦਾ ਐਗਜ਼ਾਮ ਦੇਣ ਜਾ ਰਹੇ ਹੋ ਜਾਂ ਅੱਗੇ ਵੈਕੈਂਸੀਆਂ ਆਉਣਗੀਆਂ, ਅਪਲਾਈ ਕਰੋਗੇ, ਐਗਜ਼ਾਮ ਦੇਣਾ ਹੈ, ਤਾਂ ਤੁਹਾਡੇ ਲਈ ਮੋਸਟ ਇੰਪੋਰਟੈਂਟ ਇਹ ਕੁਐਸਚਨ ਨੇ। ਜ਼ਰੂਰ ਡਿਟੇਲ 'ਚ ਯਾਦ ਕਰਿਓ, ਨਾਲ ਦੀ ਨਾਲ ਕਾਪੀ ਪੈਨ ਲੈ ਕੇ ਨੋਟ ਕਰ ਲਿਆ ਕਰੋ, ਕਿਉਂਕਿ ਜੋ ਵੀ ਅਸੀਂ ਕੁਐਸਚਨ ਤੋਂ ਇਲਾਵਾ ਤੁਹਾਨੂੰ ਜਾਣਕਾਰੀ ਦਿੰਦੇ ਹਾਂ ਉਹ ਜ਼ਰੂਰ ਨੋਟ ਕਰ ਲਿਓ। ਇਹਦੇ ਨਾਲ ਨਾਲੇ ਤਾਂ ਤੁਹਾਨੂੰ ਯਾਦ ਰਹੇਗਾ ਅਤੇ ਨਾਲੇ ਤੁਹਾਡੇ ਸ਼ਾਰਟ ਦੇ ਵਿੱਚ ਨੋਟਿਸ ਹੈ ਜਿਹੜੇ ਉਹ ਤਿਆਰ ਹੋ ਜਾਣਗੇ। ਸੋ ਕਿਤੋਂ ਵੀ ਤੁਹਾਨੂੰ ਬੁੱਕ ਜਾਂ ਪੇਡ ਆਪਾਂ ਕਲਾਸਾਂ ਲੈ ਲੈਣਗੇ, ਕੋਰਸ ਲੈ ਲੈਣਗੇ ਜਾਂ MCQ ਨੋਟਿਸ ਲੈ ਲੈਣਗੇ, ਉਹ ਲੈਣ ਦੀ ਜ਼ਰੂਰਤ ਨਹੀਂ ਪਏਗੀ। ਆਪਣੇ ਆਪ ਦੇ ਵਿੱਚ ਤੁਹਾਡੇ ਨੋਟਿਸ ਹੈ ਜਿਹੜੇ ਤਿਆਰ ਹੋਣਗੇ। ਹਾਲੇ ਆਪਣੇ ਕੋਲ ਸਮਾਂ ਪਿਆ ਹੈ। ਸੋ ਮਿਲਦੇ ਆ ਜੀ ਅਗਲੇ ਨਵੇਂ MCQ ਪ੍ਰਸ਼ਨ ਉੱਤਰਾਂ ਨਾਲ ਅਗਲੇ ਨਵੇਂ ਭਾਗ ਦੇ ਵਿੱਚ। ਉਹ ਤੱਕ ਲਈ ਧੰਨਵਾਦ ਜੀ।